ਗੈਵੀ ਸਾਡੇ ਨਾਲ ਜੁੜ ਚੁੱਕੇ ਨੇ। ਗੈਵੀ ਜੀ ਆਇਆਂ ਨੂੰ, ਕੀ ਹਾਲ ਚਾਲ ਨੇ? ਹਾਂਜੀ, ਸਤਿ ਸ਼੍ਰੀ ਅਕਾਲ ਨਿਖਿਲ ਤੇ ਪੀਟੀਸੀ ਨੈਟਵਰਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਗੈਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਜਦੋਂ ਇਹ ਲੋਕਡਾਊਨ ਹੋਇਆ, ਮਤਲਬ ਜਦੋਂ ਇਹਦੀ ਸ਼ੁਰੂਆਤ ਹੋਈ, ਤੁਸੀਂ ਕਿੱਥੇ ਸੀ? ਪਰਿਵਾਰ ਦੇ ਨਾਲ ਸੀ, ਉਹਨਾਂ ਤੋਂ ਦੂਰ ਸੀ? ਤੇ ਕਿਵੇਂ ਉਸ ਵੇਲੇ ਦਾ ਜਿਹੜਾ ਮੈਂਟਲ ਲੈਵਲ ਸੀ ਉਹ ਕੀ ਸੀ? ਬੜੀ ਟਫ ਜੀ ਸਿਚੁਏਸ਼ਨ ਸੀਗੀ ਜੀ ਇਸ ਲੋਕਡਾਊਨ ਦੇ ਦੌਰਾਨ, ਕਿਉਂਕਿ ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਦੇ ਵਿੱਚ ਅਜਿਹਾ ਮੌਕਾ ਵੀ ਦੇਖਣ ਨੂੰ ਮਿਲ ਜਾਊਗਾ। ਇੱਕ ਤਰੀਕੇ ਦਾ ਜਿਹਨੂੰ ਕਹਿੰਦੇ ਆਪਾਂ ਵੀ ਠਹਿਰਾਵ ਜਿਹਾ ਆ ਜਾਣਾ ਹੈ ਨਾ, ਕਿ ਲਾਈਫ ਹੀ ਜਿਵੇਂ ਇਦਾਂ ਲੱਗੇ ਵੀ ਜਿਵੇਂ ਲਾਈਫ ਰੁਕ ਗਈ ਹੁੰਦੀ ਆ। ਸੋ ਬੜਾ ਔਖਾ ਲੱਗਿਆ ਜੀ, ਕਿਉਂਕਿ ਰੂਟੀਨ ਜਿਹੜੀ ਸੀਗੀ ਸਾਰੀ ਤੁਹਾਡੀ ਖਰਾਬ ਹੋ ਗਈ। ਤੇ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਕਿੰਨੀ ਬੁਰੀ ਹਾਲਤ ਹੋ ਰਹੀ ਹੈ, ਬੜੇ ਲੋਕਾਂ ਦਾ ਜਾਨ ਤੇ ਮਾਲ ਦਾ ਨੁਕਸਾਨ ਹੋ ਰਿਹਾ ਜੀ। ਬਹੁਤ ਅਫਸੋਸ ਦੀ ਗੱਲ ਹੈ, ਕਿਉਂਕਿ ਕਿੰਨੇ ਜਾਣਿਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਖੋਇਆ ਹੈ ਨਾ। ਇੱਥੇ ਪਟਿਆਲੇ ਤੁਹਾਡੀ ਗੱਲਬਾਤ ਹੋਈ, ਘਰ ਸਭ ਸੁੱਖ ਸਾਂਦ ਹੈ, ਸਭ ਠੀਕ ਠਾਕ ਹੈ? ਹਾਂਜੀ, ਇਸ ਲੋਕਡਾਊਨ ਦੇ ਵਿੱਚ ਮੈਂ ਜਾਣਾ ਸੀਗਾ ਜੀ ਪਟਿਆਲੇ, ਜਦੋਂ ਆਪਣਾ ਕੀ ਕਹਿੰਦੇ ਨੇ 20 ਤਰੀਕ ਨੂੰ 20 ਮਾਰਚ ਨੂੰ ਫਲਾਈਟ ਸੀਗੀ ਰਾਤ ਦੀ, ਸਵੇਰ ਦੀ। ਤਾਂ ਮਤਲਬ ਰਾਤ ਤੱਕ ਇਹੀ ਸੋਚੀ ਜਾਂਦੇ ਸੀਗੇ ਵੀ ਯਾਰ ਜਾਈਏ ਨਾ ਜਾਈਏ, ਜਾਈਏ ਨਾ ਜਾਈਏ, ਕਿਉਂਕਿ ਥੋੜ੍ਹਾ ਜਿਹਾ ਪਤਾ ਲੱਗ ਗਿਆ ਸੀਗਾ ਇੰਟਰਨਲ ਸੋਰਸਿਸ, ਚਲੋ ਉਹਨਾਂ ਨੇ ਦੱਸਤਾ ਸੀਗਾ ਵੀ ਫਲਾਈਟਸ ਕੁਛ ਦਿਨਾਂ ਨੂੰ ਬੰਦ ਹੋ ਜਾਣਗੀਆਂ। ਪਰ ਉਸ ਟਾਈਮ ਵੀ ਆਪਣਾ 에ਅਰਪੋਰਟ ਦੇ ਉੱਤੇ ਜਿਹੜਾ ਕਿ ਇੱਕ ਹਬ ਸੀ, ਹੌਟਸਪੌਟ ਸੀਗਾ ਕਿ ਇਸ ਵਾਇਰਸ ਦਾ। ਸੋ ਫੈਮਿਲੀ ਦੇ ਨਾਲ ਜਾਣਾ ਜੀ, ਬੱਚਿਆਂ ਦਾ ਰਿਸਕ ਸੀਗਾ। ਸੋ ਇਸ ਕਰਕੇ ਫਿਰ ਇਹੀ ਫਾਈਨਲੀ ਡਿਸੀਜਨ ਲਿਆ ਜੀ ਕਿ ਬੰਬੇ ਰਹਿੰਦੇ ਆ। ਸੋ ਬਾਕੀ ਪਟਿਆਲੇ ਹਾਂਜੀ ਘਰੇ ਸਾਰੇ ਠੀਕ ਨੇਗੇ, ਬਾਬਾ ਜੀ ਦੀ ਮਿਹਰ ਹੈ। ਤੇ ਇਸ ਦੌਰਾਨ ਅਸੀਂ ਤੁਹਾਡੇ ਵੱਲੋਂ ਬਹੁਤ ਜਿਹਨੂੰ ਕਹਿੰਦੇ ਇੰਸਪੀਰੇਸ਼ਨਲ ਵੀ ਤੇ ਕੁਝ ਵੱਖਰੀਆਂ ਵੀਡੀਓ ਵੀ ਵੇਖ ਰਹੇ ਹਾਂ, ਜਿਹਦੇ 'ਚ ਤੁਹਾਡੇ ਬੇਟੇ ਦਾ ਡੈਬਿਊ ਵੀ ਹੋ ਗਿਆ। ਉਹਦੇ ਬਾਰੇ ਕੁਝ ਜਾਣਨਾ ਚਾਹਾਂਗੇ। ਡੈਬਿਊ ਨਹੀਂ ਜੀ, ਵੀਡੀਓਜ਼। ਖੈਰ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਕਿ ਉਹ ਜਿਹੜੀ ਮੈਂ 1-2 ਸ਼ਾਰਟ ਫਿਲਮਸ ਬਣਾਈਆਂ ਤੇ ਕਾਫੀ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ, ਬਹੁਤ ਪਸੰਦ ਕੀਤਾ ਉਸ ਮੈਸੇਜ ਨੂੰ, ਉਸ ਚੀਜ਼ ਨੂੰ। ਤੇ ਬਾਕੀ ਬੇਟੇ ਦੇ ਡੈਬਿਊ ਦੀ ਗੱਲ ਰਹੀ ਜੀ, ਮੇਰੇ ਨਾਲ ਮਤਲਬ ਉਹਦਾ ਡੈਬਿਊ ਅਸੀਂ ਦੋਨਾਂ ਨੇ ਇਕੱਠਿਆਂ ਨੇ ਸਕਰੀਨ ਪਹਿਲੀ ਵਾਰ ਸ਼ੇਅਰ ਕੀਤੀ ਹੈ, ਪਰ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਉਹ ਕਾਫੀ ਚੰਗਾ ਕੰਮ ਕਰ ਚੁੱਕੇ ਜੀ। ਪਹਿਲੇ ਆਲਰੇਡੀ ਆਈ ਥਿੰਕ ਉਹਨੇ 4-5 ਕਮਰਸ਼ੀਅਲਸ ਜੌਨਸਨਸ ਦੀ, ਲੈਰਲ ਦੀ, ਮੈਗੀ, ਸੋ ਹੋਰ ਵੀ ਕਈ ਵੱਡੇ ਬ੍ਰਾਂਡਸ ਦੇ ਨਾਲ ਕੰਮ ਕਰ ਚੁੱਕੇ ਆ, ਫਿਲਮਸ ਵੀ ਕਰ ਚੁੱਕੇ ਆ ਜੀ। ਨਿਖਿਲ ਅਡਵਾਨੀ ਉਹਨਾਂ ਦੇ ਨਾਲ ਵੀ ਕਰ ਚੁੱਕੇ ਆ। ਸੋ ਬਾਕੀ ਹੁਣੀ ਆਮਿਰ ਖਾਨ ਸਰ ਨੇ ਉਹਨਾਂ ਨੂੰ ਸਿਲੈਕਟ ਕੀਤਾ ਸੀਗਾ ਜੀ ਫਿਲਮ ਲਾਲ ਸਿੰਘ ਚੱਡਾ ਦੇ ਲਈ। ਤੇ ਸ਼ੌਕ ਹੈ ਜੀ ਉਹਦੇ ਤੇ ਕੋਈ ਫੋਰਸਮੈਂਟ ਨਹੀਂ ਹੈ, ਮਨਮੌਜੀ ਬੰਦਾ। ਜਿਹੜੀ ਚੀਜ਼ ਉਹਨੂੰ ਮਤਲਬ ਵਧੀਆ ਲੱਗਦੀ ਹੈ, ਸਮਟਾਈਮਸ ਹੀ ਸੇਜ਼ ਕਿ ਮੈਨੂੰ ਕੈਮਰੇ ਦੇ ਮੂਹਰੇ ਭਾਈ ਰਹਿਣਾ ਪਸੰਦ ਹੈ, ਸੋ ਉਹਨੂੰ ਕਹਿ ਦਿੰਦੇ ਵੀ ਤੇਰੀ ਮਰਜ਼ੀ ਆ। ਸੋ ਬੜਾ ਸਿਲੈਕਟਿਵ ਹੈ ਜੀ ਆਪਣੇ ਹਿਸਾਬ ਨਾਲ, ਜਿਹੜੀ ਉਹਨੂੰ ਚੀਜ਼ ਵਧੀਆ ਲੱਗਦੀ ਹੈ ਉਹ ਕਰਦਾ। ਤੇ ਡੈਬਿਊ ਮੇਰੇ ਨਾਲ ਹਾਂਜੀ ਅਸੀਂ ਦੋਨਾਂ ਨੇ ਇਕੱਠੀ ਸਕਰੀਨ ਸ਼ੇਅਰ ਕੀਤੀ, ਵਧੀਆ ਰਿਹਾ ਜੀ। ਤੇ ਬੇਟੇ ਵੱਲੋਂ ਕੁਝ ਸਟਾਰ ਟੈਂਟਰਮਸ ਵੀ ਥਰੋ ਕੀਤੇ ਗਏ ਕਿ ਨਹੀਂ ਇਹ ਇੰਨਾ ਕੁ ਕੰਮ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗਾ, ਜਾਂ ਮੈਨੂੰ ਕੀ ਰਿਸ਼ਵਤ ਮਿਲੇਗੀ? ਟੈਂਟਰਮਸ ਦੇਖੋ, ਬੱਚੇ ਜਿਵੇਂ ਮੂੜੀ ਹੁੰਦੇ ਨੇ, ਵੈਸੇ ਤਾਂ ਮੇਰੇ ਨਾਲ ਤਾਂ ਉਹਨੇ ਵਿਚਾਰੇ ਨੇ ਕੀ ਟੈਂਟਰਮ ਦਿਖਾਉਣੇ ਆ, ਪਰ ਜਿਵੇਂ ਕੁਛ ਇੱਕ ਰਿਸਟ੍ਰਿਕਸ਼ਨਸ ਪੇਰੈਂਟਸ ਵੱਲੋਂ ਬੱਚਿਆਂ ਦੇ ਉੱਤੇ ਲਾਈਆਂ ਜਾਂਦੀਆਂ ਨੇ, ਸੋ ਉਹ ਵੀ ਸਿਆਣਾ। ਤੇ ਉਹਨੇ ਫਿਰ ਆਪਣੀ ਜਿਹੜੀ ਫੀਸ ਸੀਗੀ, ਕਹਿੰਦਾ ਡੈਡ ਮੈਂ ਸ਼ੂਟ ਕਰ ਰਿਹਾ ਜੀ, ਠੀਕ ਹੈ, ਮੇਰੀ ਫੀਸ ਕੀ ਹੋਊਗੀ, ਪੇਮੈਂਟ ਕੀ ਹੋਊਗੀ? ਸੋ ਉਹਨੇ ਪੇਮੈਂਟ ਜਿਹੜੀ ਉਹ ਸੀਗੀ ਜੀ, ਗੇਮਸ ਦੇ ਲਈ ਉਹਨਾਂ ਦੇ ਇੱਕ ਲਿਮਿਟਡ ਆਵਰਸ ਨੇ ਵੀ, ਜੇ ਗੇਮ ਖੇਡਦੇ ਆ ਨਾ, ਥੋੜ੍ਹਾ ਜਿਹਾ ਕੋਸ਼ਿਸ਼ ਰਹਿੰਦੀ ਹੈ ਵੀ ਗੈਜਟਸ ਤੋਂ ਜਿੰਨੇ ਬੱਚੇ ਦੂਰ ਰਹਿ ਸਕਣ। ਤੇ ਉਹਨੇ ਫਿਰ ਇਹੀ ਪੇਮੈਂਟ ਲਈ ਜੀ ਵੀ ਮੈਂ ਕੰਮ ਕਰ ਰਿਹਾ ਡੈਡ ਤੁਹਾਡੇ ਨਾਲ, ਦੇਖੋ ਵੀ ਮੈਨੂੰ ਗੇਮ ਖੇਡਣ ਲਈ ਐਕਸਟਰਾ ਟਾਈਮ ਦਿੱਤਾ ਜਾਵੇ। ਸੋ ਉਹ ਰਿਸ਼ਵਤ ਕਹਿ ਲਓ ਚਾਹੇ ਤੁਸੀਂ, ਚਾਹੇ ਉਹਦੀ ਪੇਮੈਂਟ ਕਹਿ ਲਓ, ਉਹ ਨੈਕਸਟ ਡੇ ਉਹਨੂੰ ਉਹਨਾਂ ਟਾਈਮ ਵੱਧ ਮਿਲ ਗਿਆ। ਤੇ ਪਰ ਮੈਨੂੰ ਖੁਸ਼ੀ ਹੈ ਜੀ, ਉਹ ਵਿਚਾਰਾ ਰਾਤ ਨੂੰ ਆਈ ਥਿੰਕ ਅਸੀਂ 2-3 ਵਜ ਗਏ ਸੀਗੇ ਸ਼ੂਟ ਕਰਦਿਆਂ ਨੂੰ, ਸੋ ਨੀਂਦ ਆਉਂਦੀ ਸੀਗੀ ਬੱਚਾ, ਪਰ ਹੀ ਵਾਸ ਆਲਸੋ ਇੰਜੋਇੰਗ, ਹੈ ਨਾ, ਲੱਗਿਆ ਰਿਹਾ। ਸੋ ਐਂਡ ਪ੍ਰੋਡਕਟ ਚੰਗਾ ਨਿਕਲਿਆ ਜੀ, ਸੋ ਵਧੀਆ, ਸਾਰਿਆਂ ਨੇ ਪਸੰਦ ਕੀਤਾ, ਥੈਂਕਸ। ਏਕ ਥਾ ਟਾਈਗਰ ਜਾਂ ਟਾਈਗਰ ਜ਼ਿੰਦਾ ਹੈ, ਇਹਨਾਂ ਦਾ ਜ਼ਿਕਰ ਵੀ ਜ਼ਰੂਰ ਆਏਗਾ। ਉਸ ਦੌਰਾਨ ਔਨ ਸੈਟ ਜਦੋਂ ਤੁਸੀਂ ਰਹਿੰਦੇ ਹੋ ਜਾਂ ਇੰਨੇ ਸਟਾਰਸ ਦੇ ਇਰਦ ਗਿਰਦ ਤੁਸੀਂ ਹੁੰਦੇ ਹੋ, ਤੇ ਉਦੋਂ ਬੰਦਾ ਇਨਡਾਇਰੈਕਟਲੀ ਜਾਂ ਆਬਜ਼ਰਵੇਸ਼ਨ ਦੀ ਟੈਕਨੀਕ ਨਾਲ ਬਹੁਤ ਕੁਝ ਦੇਖਦਾ, ਆਬਜ਼ਰਵ ਕਰਦਾ। ਕੁਝ ਆਬਜ਼ਰਵੇਸ਼ਨ ਸ਼ੇਅਰ ਕਰਨਾ ਚਾਹੋਗੇ ਇਸ ਦੌਰਾਨ ਜੋ ਤੁਸੀਂ ਕੀਤੀਆਂ ਹੋਣ? एक था टाइगर, टाइगर जिंदा है, ये बड़े चंगे जी मेरे मतलब भी टाइम निकलिया, काफ़ी कुछ
ਸਿੱਖਣ ਨੂੰ ਮਿਲਿਆ, ਰਾਈਟ ਫਰੋਮ ਡਾਇਰੈਕਸ਼ਨ ਟੂ ਐਕਟਿੰਗ, ਪਰਸਨਲ ਲੈਵਲ ਦੇ ਉੱਤੇ ਹਾਊ ਟੂ ਅਪਰੋਚ ਟੂ ਦ ਪੀਪਲ, ਲਾਈਕ ਓਵਰਆਲ ਜੇ ਤੁਸੀਂ ਇੱਕ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਡਿਵੈਲਪਮੈਂਟ ਦੇ ਲਈ, ਕਿਉਂਕਿ ਬਹੁਤ ਐਕਸਪੀਰੀਅੰਸਡ ਬੰਦੇ ਸੀਗੇ ਜੀ ਪੂਰੇ ਦੋਨੇ ਫਿਲਮਸ ਦੇ ਵਿੱਚ। ਜੇ ਆਪਾਂ ਸਟਾਰਟ ਕਰੀਏ ਕਬੀਰ ਖਾਨ ਸਰ ਤੋਂ, ਤਾਂ ਟੈਕਨੀਕਲੀ ਤਾਂ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੀ, ਤੇ ਮੈਨੂੰ ਇੱਕ ਇਹ ਸੀ ਐਜ਼ ਅ ਡਾਇਰੈਕਟਰ ਉਹਨਾਂ ਨੇ ਕਿਵੇਂ ਮੈਨੂੰ ਇੱਕ ਮਤਲਬ ਵੀ ਉਹ ਐਡੇ ਵੱਡੇ ਸਟਾਰ ਸੀ, ਐਡਾ ਪੈਕੇਜ ਸੀਗਾ, ਉਹਨਾਂ ਨੇ ਮੈਨੂੰ ਕਿਵੇਂ ਕੰਫਰਟ ਦਿੱਤਾ। ਸੋ ਮੈਂ ਜਦੋਂ ਉੱਥੇ ਪਹੁੰਚਿਆ ਇਸਤਾਂਬੁਲ, ਮੇਰਾ ਪਹਿਲਾ ਸੀਨ ਸੀਗਾ ਕੈਟਰੀਨਾ ਕੈਫ ਉਹਨਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਪੁੱਛਿਆ, ਇੱਕ ਦਿਨ ਮੈਂ ਪਹਿਲਾਂ ਚਲੇ ਗਿਆ ਸੀਗਾ, ਅਗਲੇ ਦਿਨ ਮੇਰਾ ਸ਼ੂਟ ਹੈ ਨਹੀਂ ਸੀਗਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਸ਼ਾਮੀ ਅਸੀਂ ਡਿਨਰ ਦੇ ਉੱਤੇ ਇਕੱਠੇ ਸੀਗੇ, ਗੱਲ ਕੀਤੀ, ਮਿਲੇ, ਮੈਂ ਕਿਹਾ ਸਰ ਵੀ ਅਗਲੇ ਦਿਨ ਮੇਰਾ ਸ਼ੂਟ ਹੈ ਨਹੀਂ ਜੀ, ਵੀ ਕੈਨ ਆਈ ਕਮ ਟੂ ਦ ਸੈਟ? ਤਾਂ ਉਹਨਾਂ ਨੇ ਬੜੇ ਕਹਿੰਦੇ, ਆਫ ਕੋਰਸ ਗਏ ਵੀ, ਦਿਸ ਇਜ਼ ਯੋਰ ਫਿਲਮ, ਵੀ ਤੁਸੀਂ ਆ ਸਕਦੇ ਹੋ, ਆਓ ਸੈਟ ਦੇ ਉੱਤੇ। ਸੋ ਲੇਟਰ ਔਨ ਜਦੋਂ ਇਹਨਾਂ ਕੜੀਆਂ ਨੂੰ ਮੈਂ ਜੋੜਿਆ, ਜੋ ਮਤਲਬ ਮੈਂ ਐਕਸਪੀਰੀਅੰਸਿਸ ਅੱਗੇ ਕੀਤੇ, ਤਾਂ ਉੱਥੋਂ ਮੈਂ ਇਹ ਚੀਜ਼ ਸਿੱਖੀ ਕਿ ਉਹਨਾਂ ਨੇ ਪਰਪਸਲੀ ਮੈਨੂੰ ਇੱਕ ਕੰਫਰਟੇਬਲ ਮਾਹੌਲ ਦੇ ਵਿੱਚ ਉਹ ਮਾਹੌਲ ਈਜ਼ੀ ਕਰਨ ਦੇ ਲਈ ਉਹਨਾਂ ਨੇ ਮੈਨੂੰ ਉੱਥੇ ਆਉਣ ਲਈ ਕਿਹਾ ਵੀ ਹਾਂਜੀ ਗੈਵੀ ਤੁਸੀਂ ਆ ਸਕਦੇ ਹੋ। ਸੋ ਬਾਕੀ ਮੈਨੂੰ ਯਾਦ ਹੈ ਮੇਰਾ ਤੇ ਕੈਟਰੀਨਾ ਸਾਡਾ ਸੀਨ ਸੀਗਾ, ਤੇ ਉਹਨਾਂ ਨੇ ਅਸੀਂ ਕਾਫੀ ਸ਼ਾਪ ਦੇ ਵਿੱਚ ਬੈਠੇ, ਕਬੀਰ ਸਰ ਲੈ ਕੇ, ਤੇ ਅਸੀਂ ਸਕ੍ਰਿਪਟ ਡਿਸਕਸ ਕਰ ਰਹੇ ਹਾਂ ਜਿਹੜਾ ਸੀਨ ਅਸੀਂ ਕਰਨਾ ਸੀਗਾ। ਉਹ ਗੱਲਾਂ ਕਰਦੇ ਕਰਦੇ ਉਹ ਚਲੇ ਗਏ ਉੱਧਰ। ਤਾਂ ਲੇਟਰ ਔਨ ਆਈ ਰਿਅਲਾਈਜ਼ਡ ਨਾ, ਮੈਨੂੰ ਇਹ ਮਹਿਸੂਸ ਹੋਇਆ ਵੀ ਉਹ ਪਰਪਸਲੀ ਸ਼ਾਇਦ ਗਏ ਸੀਗੇ ਕਿ ਉਹਨਾਂ ਨੇ ਟਾਈਮ ਦਿੱਤਾ ਵੀ ਦੋਨੇ ਐਕਟਰਸ ਦੀ ਆਪਸ ਦੇ ਵਿੱਚ ਕੈਮਿਸਟਰੀ ਚੰਗੀ ਹੋ ਜਾਏ, ਕਿਉਂਕਿ ਇਹਨਾਂ ਨੇ ਸੀਨ ਪਰਫਾਰਮ ਕਰਨਾ ਹੈ। ਮੇਰਾ ਪਹਿਲਾ ਸੀਨ ਸੀਗਾ ਉਹਨਾਂ ਦੇ ਨਾਲ। ਬਾਕੀ ਸਲਮਾਨ ਸਰ, ਉਹਨਾਂ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ। ਬੰਦਾ ਉਹੀ ਨਹੀਂ ਸੁਪਰਸਟਾਰ ਬਣਦਾ, ਇੱਕ ਪਰਸਨਲ, ਇੱਕ ਐਜ਼ ਅ ਹਿਊਮਨ ਬੀਇੰਗ ਤੋਂ ਲੈ ਕੇ ਟੂ ਐਨ ਐਕਟਰ, ਕੀ ਤੁਸੀਂ ਆਬਜ਼ਰਵ ਕਰਦੇ ਹੋ, ਹਾਊ ਯੂ ਡਿਲੀਵਰ ਯੂਰ ਲਾਈਨਸ, ਜਾਂ ਤੁਸੀਂ ਮਾਹੌਲ ਦੇ ਵਿੱਚ ਕਿੱਦਾਂ ਸਿਰਜਣਾ, ਈਵਨ ਆਪਣੀ ਪਰਸਨੈਲਿਟੀ ਨੂੰ, ਜਿਹੜਾ ਸਾਡੀ ਮਤਲਬ ਬੈਕ ਆਫ ਦਾ ਕੈਮਰਾ ਟਾਕਸ ਹੁੰਦੀਆਂ ਸੀਗੀਆਂ, ਹੀ ਆਲਵੇਜ਼ ਲਾਈਕ ਗਿਵ ਦ ਯੂਜ਼ਫੁਲ ਪੁਆਇੰਟਸ ਹੈ ਨਾ, ਤੁਹਾਨੂੰ ਇੱਕ ਚੰਗੀ ਹਦਾਇਤ ਦਿੰਦੇ ਹੁੰਦੇ ਸੀਗੇ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ, ਹਾਊ ਟੂ ਡੀਲ ਵਿਦ ਦ ਪੀਪਲ, ਹਾਊ ਟੂ ਇੱਦਾਂ ਲਾਈਨ ਦੇ ਵਿੱਚ ਕਿੱਦਾਂ ਮੂਵ ਕਰਨਾ। ਤੇ ਜੇ ਇਸ ਲੋਕਡਾਊਨ ਦੇ ਕਾਰਨ ਕਿ ਵੀ ਤੁਹਾਡੀ ਕੋਈ ਫਿਲਮ, ਭਾਵੇਂ ਉਹ ਬਾਲੀਵੁੱਡ ਦਾ ਪ੍ਰੋਜੈਕਟ ਹੋਵੇ ਜਾਂ ਇੱਥੇ ਪੰਜਾਬੀ ਸਿਨੇਮਾ ਦਾ ਹੋਵੇ, ਉਹ ਕਿਹੜੇ ਪ੍ਰੋਜੈਕਟ ਨੇ ਜਿਹੜੇ ਰੁਕ ਗਏ ਨੇ, ਜਾਂ ਉਹ ਸ਼ੁਰੂ ਹੋਣੇ ਸੀ ਜਾਂ ਹੋ ਨਹੀਂ ਸਕੇ? ਹਾਂਜੀ, ਲੋਕਡਾਊਨ ਦਾ ਦੇਖੋ ਕਾਫੀ ਅਸਰ ਪਿਆ ਜੀ। ਮੇਰੇ 5 ਪ੍ਰੋਜੈਕਟ ਸੀਗੇ, ਜਿਹਦੇ ਵਿੱਚੋਂ 3 ਤਾਂ ਮਤਲਬ ਸ਼ੂਟ ਸਾਡੀ ਚੱਲ ਰਹੀ ਸੀਗੀ, ਵੈਬ ਸੀਰੀਜ਼ ਸੀਗੀ, ਪੰਜਾਬੀ ਫਿਲਮ ਹੈ, ਹਿੰਦੀ ਫਿਲਮ ਹੈ। ਇੱਕ ਦੀ ਅਸੀਂ ਇੱਕ ਦਿਨ ਹੀ ਸ਼ੂਟ ਕੀਤੀ ਸੀਗੀ, 2 ਹੁਣੀ ਸਟਾਰਟ ਹੋਣ ਲੱਗੀਆਂ ਸੀਗੀਆਂ। ਸੋ ਨੋ ਡਾਊਟ ਕਿ ਬਹੁਤ ਜ਼ਿਆਦਾ ਇੰਪੈਕਟ ਪਾਇਆ ਆਪਣੇ ਲੋਕਡਾਊਨ ਨੇ ਕੰਮ ਦੇ ਉੱਤੇ। ਕੋਈ ਜੌਬ ਲਾਸ ਵੀ ਹੋ ਰਹੇ ਨੇ, ਸੈਲਰੀ ਕੱਟਸ ਵੀ ਹੋ ਰਹੇ ਨੇ, ਤੇ ਘਰ ਵੀ ਸਭ ਨੂੰ ਰਹਿਣਾ ਪੈ ਰਿਹਾ, ਤੇ ਡਿਪਰੈਸ਼ਨ ਵੀ ਆ ਜਾਂਦਾ ਜਾਂ ਕੋਈ ਟੈਨਸ਼ਨ ਹੋ ਜਾਂਦੀ। ਪਰ ਜੇ ਤੁਸੀਂ ਆਪਣੀ ਗੱਲ ਕਰੋ ਤਾਂ ਸੈਲਫ ਮੋਟੀਵੇਟ ਆਪਣੇ ਆਪ ਨੂੰ ਕਿਵੇਂ ਕਰਦੇ ਹੋ, ਤੇ ਉਹ ਮੋਟੀਵੇਸ਼ਨ ਚਾਹਾਂਗੇ ਉਹ ਕੁਝ ਸ਼ੇਅਰ ਕਰੋ, ਤਾਂ ਕਿ ਜੋ ਲੋਕ ਇਸ ਵਕਤ ਡਿਪਰੈਸ ਫੀਲ ਕਰ ਰਹੇ ਨੇ ਜਾਂ ਕਿਸੇ ਟੈਨਸ਼ਨ ਦੇ ਵਿੱਚ ਨੇ, ਉਹਨਾਂ ਨੂੰ ਇੱਕ ਮੋਟੀਵੇਸ਼ਨ ਵੀ ਮਿਲੇ। ਮੋਟੀਵੇਟ ਤਾਂ ਇਹੀ ਹੈ ਜੀ, ਹੌਸਲਾ ਨਾ ਹਾਰੋ, ਚੜ੍ਹਦੀ ਕਲਾ 'ਚ ਰਹੋ, ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਆ। ਤੇ ਬੜਾ ਵਧੀਆ ਆਪਣੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਕਿ ਮੈਂ ਹਮੇਸ਼ਾ ਕਹਿਣਾ, ਕਿਉਂਕਿ ਮਨ ਤੁਹਾਡਾ ਤੁਸੀਂ ਜੇ ਕੰਟਰੋਲ ਕਰ ਲਿਆ ਉਹਨਾਂ ਚੀਜ਼ਾਂ ਦੇ ਉੱਤੇ, ਜਿਵੇਂ ਕਹਿੰਦੇ ਆ ਹਨਾ, ਮੈਂ ਕਹਿ ਰਿਹਾ ਸੀ ਗੁਰਬਾਣੀ ਦੀ ਜ਼ਿਕਰ ਕਰ ਰਿਹਾ ਸੀ ਕਿ ਮਨ ਜਿੱਤੇ ਜਗ ਜੀਤ, ਵੀ ਉਹ ਤੁਸੀਂ ਆਪਣੇ ਮਨ ਦੇ ਉੱਤੇ ਕਾਬੂ ਪਾ ਲਓ। ਕਾਬੂ ਇਨ ਦਾ ਸੈਂਸ ਵੀ ਹੁਣ ਜੋ ਤੁਸੀਂ ਅੰਦਰ ਹੋ, ਬੜੋ ਅੰਦਰੋਂ ਇਹ ਉੱਠਦਾ ਕਿ ਯਾਰ ਵੀ ਮੈਂ ਬਾਹਰ ਜਾਵਾਂ, ਲੋਕਾਂ 'ਚ ਬਾਹਰ ਦਾ ਮਾਹੌਲ ਦੇਖਾਂ, ਕਿਉਂਕਿ ਅੰਦਰ ਕਿੰਨੀ ਦੇਰ ਹੁਣ ਮੈਨੂੰ ਆਈ ਥਿੰਕ 55 ਦਿਨ ਹੋ ਗਏ ਮੈਂ ਘਰੋਂ ਬਾਹਰ ਨਹੀਂ ਨਿਕਲਿਆ ਹੈਗਾ। ਸੋ ਬਹੁਤ ਉਹ ਹੁੰਦਾ ਜੀ, ਪਰ ਮੋਟੀਵੇਟ ਇਹੀ ਕਰਦੇ ਆ ਕਿ ਆਪਣੇ ਆਪ ਨੂੰ ਅੰਦਰ ਬਿਜ਼ੀ ਰੱਖੀਦਾ, ਹੌਸਲੇ ਦੇ ਨਾਲ, ਕਿ ਭਾਈ ਸਾਰੀ ਦੁਨੀਆ ਮੈਂ ਇਕੱਲਾ ਨਹੀਂ ਹੈਗਾ ਕਿ ਜਿਹੜਾ ਇਸ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਿਹਾ, ਪੂਰੀ ਦੁਨੀਆ ਇਸ ਬੁਰੇ ਵਕਤ ਦਾ ਸਾਹਮਣਾ ਕਰ ਰਹੀ ਹੈ। ਸੋ ਉਹ ਹੌਸਲਾ ਆਪਣੇ ਆਪ ਦੇ ਵਿੱਚ ਆਈ ਥਿੰਕ ਸਾਰਿਆਂ ਨੂੰ ਰੱਖਣਾ ਚਾਹੀਦਾ ਜੀ। ਚੰਗੇ ਮਾੜਾ ਟਾਈਮ ਆਉਂਦਾ ਜਾਂਦਾ ਹੈ। ਬਿਲਕੁਲ ਗੈਵੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਤੇ ਤੁਸੀਂ ਇਸੇ ਤਰ੍ਹਾਂ ਜੋ ਆਪਣੀ ਮੋਟੀਵੇਸ਼ਨਲ ਵੀਡੀਓਜ਼ ਕਹਿ ਲਓ ਜਾਂ ਜੋ ਐਕਸਪੈਰੀਮੈਂਟ ਤੁਸੀਂ ਕਰ ਰਹੇ ਹੋ ਕਰਦੇ ਰਹੋ, ਤੇ ਹੋਰਨਾਂ ਨੂੰ ਵੀ ਇੰਸਪਾਇਰ ਕਰਦੇ ਰਹੋ। ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ। ਥੈਂਕ ਯੂ ਨਿਖਿਲ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ।